ਕੈਨੇਡਾ ਸਰਕਾਰ ਹੋਟਲ ਕੁਆਰੰਟੀਨ ਨਿਯਮਾਂ ਵਿੱਚ ਢਿੱਲ ਦੇਣ ਦੇ ਪੱਖ ਵਿੱਚ ਨਹੀਂ, ਕੁਆਰੰਟੀਨ ਹੋਟਲ ਜਾਣ ਤੋਂ ਨਾ ਕਰਨ ਵਾਲਿਆਂ ਨੂੰ ਹੋ ਰਹੇ ਨੇ ਜੁਰਮਾਨੇ। ਕਿਸਾਨ ਮੋਰਚੇ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ 68 ਥਾਵਾਂ ਤੇ ਚੱਲਦੇ ਪੱਕੇ ਮੋਰਚਿਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਵੇਂ ਪ੍ਰੋਗਰਾਮ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਸ਼ੁਰੂ। ਤੇ ਪਾਕਿਸਤਾਨ ਵਿੱਚ ਬਣਿਆ ਸਿਆਸੀ ਅਸਥਿਰਤਾ ਦਾ ਮਾਹੌਲ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਨਿੰਦਰ ਗਰੇਵਾਲ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ 8 ਮਾਰਚ ਤੱਕ 15 ਇੰਟਰਨੈਸ਼ਨਲ ਟਰੈਵਲਰਸ ਨੂੰ $3,000 ਦੀਆਂ ਟਿਕਟਾਂ ਦਿੱਤੀਆਂ ਜਾ ਚੁੱਕੀਆਂ ਸਨ। ਇਹ ਇੰਟਰਨੈਸ਼ਨਲ ਟਰੈਵਲਰਸ ਉਹ ਨੇ ਜਿਨ੍ਹਾਂ ਨੇ ਜਾਂ ਤਾਂ ਕੁਆਰੰਟੀਨ ਹੋਟਲ ਦੀ ਬੁਕਿੰਗ ਨਹੀਂ ਕਰਾਈ ਜਾਂ ਫਿਰ ਉਹਨਾਂ ਨੇ ਕੁਆਰੰਟੀਨ ਹੋਟਲ ਜਾਣ ਤੋਂ ਨਾ ਕੀਤੀ। ਅਜੇ ਇਹ ਸਪਸ਼ਟ ਨਹੀਂ ਹੈ ਕਿ $3,000 ਦਾ ਜੁਰਮਾਨਾ ਪ੍ਰਤੀ ਵਿਅਕਤੀ ਇੱਕ ਦਿਨ ਦਾ ਹੈ ਜਾਂ ਉੱਕਾ ਪੁੱਕਾ, ਕਿਉਂਕਿ ਕੁਆਰੰਟੀਨ ਐਕਟ ਤਹਿਤ ਤਾਂ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਤਹਿਤ $7,50,000 ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ। ਤੇ ਜੇ ਕੁਆਰੰਟੀਨ ਦੀ ਉਲੰਘਣਾ ਕਰਨ ਕਰਕੇ ਕੋਈ ਹੋਰ ਤੁਹਾਡੇ ਕਰਕੇ ਬਿਮਾਰ ਹੋ ਜਾਏ ਜਾਂ ਉਸ ਦੀ ਮੌਤ ਹੋ ਜਾਏ ਤਾਂ ਜੁਰਮਾਨਾ $1 ਮਿਲੀਅਨ ਤੇ ਸਜ਼ਾ 3 ਸਾਲ ਦੀ ਹੈ। ਦੇਸ਼ ਵਿੱਚ ਇਸ ਵੇਲੇ 47 ਹੋਟਲ ਸਰਕਾਰੀ ਮਨਜ਼ੂਰਸ਼ੁਦਾ ਕੁਆਰੰਟੀਨ ਸਾਈਟਸ ਦੀ ਸੂਚੀ ਵਿੱਚ ਹੈਗੇ ਨੇ, ਪਰ ਇਹਨਾਂ ਵਿੱਚੋਂ ਕੁਝ ਕੁ ਹੀ ਨੇ ਜਿਨ੍ਹਾਂ ਦੀਆਂ ਆਨਲਾਈਨ ਬੁਕਿੰਗ ਸੇਵਾਵਾਂ ਚੱਲ ਰਹੀਆਂ ਨੇ ਤੇ ਫੋਨ ਤੇ ਬੁਕਿੰਗ ਵਾਸਤੇ ਯਾਤਰੀ ਘੰਟਿਆਂ ਬੱਧੀ ਪਰੇਸ਼ਾਨ ਹੀ ਹੋ ਰਹੇ ਨੇ। ਪਰ ਸਰਕਾਰ ਦਾ ਕਹਿਣਾ ਹੈ ਕਿ ਆਪਣੀ ਬੁਕਿੰਗ ਕਰਾ ਕੇ ਆਉਣਾ ਲੋਕਾਂ ਦੀ ਜ਼ਿੰਮੇਵਾਰੀ ਹੈ। ਸਰਕਾਰ ਇੰਨਾ ਕਰ ਸਕਦੀ ਹੈ ਕਿ ਗਵਰਨਮੈਂਟ ਡੈਜ਼ਿਗਨੇਟਿਡ ਹੋਟਲਸ ਦੀ ਗਿਣਤੀ ਵਧਾ ਦਿੱਤੀ ਜਾਏ। On this National Day of Observance for COVID-19, we remember the people we've lost, grandparents and parents, brothers and sisters, friends and colleagues. Each one was loved. Each one was special. 11 ਮਾਰਚ ਨੂੰ ਨੈਸ਼ਨਲ ਡੇ ਆਫ ਆਬਜ਼ਰਵੈਂਸ ਦੇ ਮੌਕੇ ਕੈਨੇਡੀਅਨ ਸੰਸਦ ਵਿੱਚ ਵੀਰਵਾਰ ਨੂੰ ਉਹਨਾਂ ਵਿਅਕਤੀਆਂ ਨੂੰ ਯਾਦ ਕੀਤਾ ਗਿਆ ਜੋ ਮਹਾਮਾਰੀ ਕਰਕੇ ਮਾਰੇ ਗਏ ਤੇ ਨਾਲ ਹੀ ਉਹਨਾਂ ਐਸੈਂਸ਼ੀਅਲ ਵਰਕਰਸ ਨੂੰ ਸਰਾਹਿਆ ਵੀ ਗਿਆ ਜਿਨ੍ਹਾਂ ਪਿਛਲੇ 1 ਸਾਲ ਦੌਰਾਨ ਦੇਸ਼ ਨੂੰ ਚੱਲਦਾ ਰੱਖਣ ਵਾਸਤੇ ਆਪਣੀ ਸਿਹਤ ਖਤਰੇ ਵਿੱਚ ਪਾ ਕੇ ਕੰਮ ਚੱਲਦੇ ਰੱਖੇ ਨੇ। ਕੋਵਿਡ-19 ਮਹਾਮਾਰੀ ਨੇ ਪਿਛਲੇ 1 ਸਾਲ ਵਿੱਚ ਦੁਨੀਆ ਭਰ ਵਿੱਚ 2.5 ਮਿਲੀਅਨ ਜਾਨਾਂ ਲਈਆਂ ਨੇ। ਕੈਨੇਡਾ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ 22,000 ਨੂੰ ਪਾਰ ਕਰ ਚੁੱਕੀ ਹੈ। 11 ਮਾਰਚ ਨੂੰ ਪਿਛਲੇ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੋਵਿਡ-19 ਨੂੰ ਮਹਾਮਾਰੀ ਐਲਾਨਿਆ ਸੀ। ਇਸ ਮੌਕੇ ਹਾਊਸ ਆਫ ਕਾਮਨਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀ ਕੰਜ਼ਰਵੇਟਿਵਸ ਦੇ ਆਗੂ ਐਰਨ ਅਟੂਲ ਨੇ ਇੱਕ ਹੋਰ ਸਮੱਸਿਆ ਵੱਲ ਵੀ ਧਿਆਨ ਦਿਵਾਇਆ ਜੋ ਆਪਣੇ ਆਪ ਵਿੱਚ ਮਹਾਮਾਰੀ ਦਾ ਰੂਪ ਲੈ ਗਈ। ਇਹ ਸਮੱਸਿਆ ਹੈ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼। ਨੌਕਰੀਆਂ ਜਾਣ, ਤਣਾਅ ਵਧਣ, ਇਕੱਲੇ ਰਹਿਣ ਦੀ ਮਜਬੂਰੀ ਤੇ ਸਮਾਜਿਕ ਵਿੱਥ ਨੇ ਇਸ ਓਪੀਓਇਡ ਓਵਰਡੋਜ਼ ਦੀ ਸਮੱਸਿਆ ਨੂੰ ਕੈਨੇਡਾ ਵਿੱਚ ਹੋਰ ਵਧਾ ਦਿੱਤਾ। Increasing rates of domestic violence have been the shadow pandemic this past year. Youth mental health, presenting as anxiety or eating disorders, are alarmingly on the rise. ਕਿਸਾਨ ਮੋਰਚੇ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ 68 ਥਾਵਾਂ ਤੇ ਚੱਲਦੇ ਪੱਕੇ ਮੋਰਚਿਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਵੇਂ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਰੇਲਵੇ ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਸਾਹਮਣੇ ਲਾਏ ਮੋਰਚਿਆਂ 'ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਵੇਂ ਐਲਾਨਾਂ ਨੂੰ ਲਾਗੂ ਕਰਨ ਲਈ ਪਿੰਡ ਪੱਧਰ ਤੋਂ ਲੈ ਕੇ ਸੂਬੇ ਪੱਧਰ ਤੱਕ ਜ਼ੋਰਾਂ ਨਾਲ ਤਿਆਰੀਆਂ ਵਿੱਢੀਆਂ ਜਾਣ। 15 ਮਾਰਚ ਨੂੰ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖਿਲਾਫ ਡੀਸੀ ਅਤੇ ਐਸਡੀਐਮ ਨੂੰ ਮੰਗ ਪੱਤਰ ਦਿੰਦਿਆਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸ ਦੇ ਨਿੱਜੀਕਰਨ ਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਦੇਸ਼ ਭਰ ਦੇ ਰੇਲਵੇ ਸਟੇਸ਼ਨਸ ਤੇ ਪ੍ਰਦਰਸ਼ਨ ਕੀਤੇ ਜਾਣਗੇ। 26 ਮਾਰਚ ਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵੀ ਸਾਂਝੀ ਕਨਵੈਨਸ਼ਨ ਕੀਤੀ ਜਾਏਗੀ। 26 ਮਾਰਚ ਨੂੰ ਇਸ ਕਿਸਾਨ ਮੋਰਚੇ ਦੇ 4 ਮਹੀਨੇ ਪੂਰੇ ਹੋਣ ਜਾ ਰਹੇ ਨੇ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਲਤ ਚਿੰਤਾਜਨਕ ਪਰ ਸਥਿਰ ਦੱਸੀ ਜਾ ਰਹੀ ਹੈ। ਮਮਤਾ ਦੇ ਖੱਬੇ ਗਿੱਟੇ ਅਤੇ ਪੈਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਸੱਜੇ ਮੋਢੇ, ਹੱਥ ਅਤੇ ਹੋਰ ਥਾਵਾਂ ਵੀ ਸੱਟਾਂ ਲੱਗੀਆਂ ਨੇ। ਬੁੱਧਵਾਰ ਨੂੰ ਉਹਨਾਂ ਨੇ ਛਾਤੀ ਵਿੱਚ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਹਸਪੀਟਲ ਭਰਤੀ ਕਰਾਏ ਜਾਣ ਤੇ ਜਾਂਚ ਹੋਈ ਤੇ ਇਹ ਸੱਟਾਂ ਸਾਹਮਣੇ ਆਈਆਂ। 4-5 आदमी ने मैं गाड़ी का इधर में खड़ा होकर नमस्कार कर रहा था। 4-5 आदमी में मेरे को गाड़ी पूरा बंद कर दिया और बाहर को पूरा चोट हो गया। देखो कितना फूल, कहाँ आपको चोट लगी है दीदी? पूरा फूल गया। ਮਮਤਾ ਦੀਆਂ ਇਹਨਾਂ ਸੱਟਾਂ ਨੂੰ ਬੀਜੇਪੀ ਵੱਲੋਂ ਡਰਾਮਾ ਦੱਸਿਆ ਗਿਆ ਸੀ। ਨੰਦੀਗ੍ਰਾਮ ਰੈਲੀ ਤੋਂ ਪਰਤਦਿਆਂ ਜ਼ਖਮੀ ਹੋਈ ਮਮਤਾ ਬੈਨਰਜੀ ਨੇ 4-5 ਵਿਅਕਤੀਆਂ ਵੱਲੋਂ ਉਸ ਉੱਪਰ ਹਮਲਾ ਕੀਤੇ ਗਏ ਹੋਣ ਦੀ ਗੱਲ ਕਹੀ ਸੀ, ਜਿਸ ਨੂੰ ਬੀਜੇਪੀ ਨੇ ਆਪਣੇ ਖੇਤੀ ਕਾਨੂੰਨਾਂ ਖਿਲਾਫ ਬੋਲਦੀ ਮਮਤਾ ਬੈਨਰਜੀ ਦਾ ਡਰਾਮਾ ਦੱਸਿਆ। ਪੁਲਿਸ ਮੁਤਾਬਕ ਮਮਤਾ ਦੀ ਗੱਡੀ ਬਿਜਲੀ ਦੇ ਇੱਕ ਖੰਭੇ ਨਾਲ ਟਕਰਾ ਗਈ ਤੇ ਮਮਤਾ ਇਸ ਦੌਰਾਨ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਆਪਣੇ ਸਮਰਥਕਾਂ ਵੱਲ ਹੱਥ ਹਿਲਾ ਰਹੇ ਸਨ, ਇਸ ਕਰਕੇ ਉਹ ਜ਼ਖਮੀ ਹੋ ਗਏ। ਪਰ ਤ੍ਰਿਣਮੂਲ ਕਾਂਗਰਸ ਤੋਂ ਰਾਜ ਸਭਾ ਮੈਂਬਰ ਡੈਰੇਕ ਓਬਰਾਇਨ ਨੇ ਇਸ ਨੂੰ ਮਮਤਾ ਬੈਨਰਜੀ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਦੱਸਦਿਆਂ ਚੋਣ ਕਮਿਸ਼ਨ ਨੂੰ ਜਾਂਚ ਕਰਾਉਣ ਨੂੰ ਕਿਹਾ ਹੈ।
ਬ੍ਰਾਜ਼ੀਲ ਵਿੱਚ ਕੋਵਿਡ-19 ਨਾਲ 2,70,000 ਮੌਤਾਂ ਹੋ ਚੁੱਕੀਆਂ ਨੇ ਤੇ ਅਚਾਨਕ ਮਾਮਲੇ ਅਤੇ ਮੌਤਾਂ ਫਿਰ ਵਧਣ ਲੱਗ ਪਏ ਨੇ। ਹਸਪਤਾਲਾਂ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ ਤੇ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਦੀਆਂ ਨਵੀਆਂ ਪਾਬੰਦੀਆਂ ਨੂੰ ਲੈ ਕੇ ਸਹਿਮਤੀ ਹੀ ਨਹੀਂ ਬਣ ਰਹੀ। ਪਿਛਲੇ ਇੱਕ ਮਹੀਨੇ ਵਿੱਚ 30 ਮਰੀਜ਼ ICU ਬੈੱਡ ਨਾ ਮਿਲਣ ਕਰਕੇ ਮਾਰੇ ਗਏ। ਕੁਝ ਸੂਬੇ ਅਜਿਹੇ ਵੀ ਨੇ ਜਿੱਥੇ 419 ਤੋਂ ਵੀ ਜ਼ਿਆਦਾ ਮਰੀਜ਼ ICU ਵਿੱਚ ਸ਼ਿਫਟ ਹੋਣ ਦੀ ਹਾਲਤ ਵਿੱਚ ਤਾਂ ਹੈਗੇ ਨੇ, ਪਰ ਉਹਨਾਂ ਵਾਸਤੇ ਬੈੱਡ ਨਹੀਂ ਹਨ। P1 ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਰੋਜ਼ਾਨਾ 2000 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਨੇ। ਯੂਰਪੀਅਨ ਯੂਨੀਅਨ ਵਿੱਚ ਕੋਵਿਡ-19 ਸਰਟੀਫਿਕੇਟਸ ਦਿੱਤੇ ਜਾਣ ਤੇ ਚਰਚਾ ਗੰਭੀਰ ਹੋ ਰਹੀ ਹੈ। ਇਸ ਸਰਟੀਫਿਕੇਟਸ ਨੂੰ ਲੈਣ ਵਾਲੇ ਦੀ ਕੁਝ ਜਾਣਕਾਰੀ ਇਸ ਉੱਪਰ ਹੋਏਗੀ, ਜਿਵੇਂ ਕਿ ਉਸਨੇ ਕੋਵਿਡ-19 ਵੈਕਸੀਨ ਲਵਾਇਆ ਜਾਂ ਨਹੀਂ, ਕਿ ਉਸ ਨੂੰ ਕਦੀ ਕੋਵਿਡ-19 ਹੋਇਆ ਸੀ, ਟੈਸਟ ਹੋਇਆ ਸੀ ਤਾਂ ਨਤੀਜਾ ਕੀ ਨਿਕਲਿਆ। ਪਰ ਇਹ ਸਰਟੀਫਿਕੇਟਸ ਕੋਵਿਡ-19 ਪਾਸਪੋਰਟ ਨਹੀਂ ਹੋਣਗੇ, ਭਾਵ ਸਰਟੀਫਿਕੇਟ ਲੈਣ ਵਾਲੇ ਯੂਰਪ ਵਿੱਚ ਆਉਣ ਜਾਣ ਸੰਬੰਧੀ ਲੱਗੀਆਂ ਪਾਬੰਦੀਆਂ ਤੋਂ ਆਜ਼ਾਦ ਨਹੀਂ ਹੋਣਗੇ। ਪਾਕਿਸਤਾਨ ਵਿੱਚ ਸਿਆਸੀ ਅਸਥਿਰਤਾ ਦੇ ਚੱਲਦਿਆਂ ਸਟਾਕ ਮਾਰਕੀਟ ਵਿੱਚ ਬਹੁਤ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। 10 ਮਾਰਚ ਨੂੰ ਲਗਾਤਾਰ ਚੌਥੇ ਦਿਨ ਕਰਾਚੀ ਸਟਾਕ ਐਕਸਚੇਂਜ ਵਿੱਚ 100 ਪੁਆਇੰਟਸ ਦੀ ਕਮੀ ਆਈ ਤੇ ਦਿਨ ਢਲਦੇ ਇਹ ਰੈੱਡ ਟੈਰੀਟਰੀ ਵਿੱਚ ਦਾਖਲ ਹੋ ਗਿਆ। ਦੇਸ਼ ਵਿੱਚ ਇਮਰਾਨ ਖਾਨ ਸਰਕਾਰ ਵੱਲੋਂ ਨਵੇਂ ਟੈਕਸ ਲਾਏ ਜਾਣ ਦੇ ਖਦਸ਼ੇ ਅਤੇ ਰਾਜਨੀਤਿਕ ਅਸਥਿਰਤਾ ਨੂੰ ਵੇਖਦਿਆਂ ਸਟਾਕ ਮਾਰਕੀਟ ਵਿੱਚ ਕਮੀ ਆਈ ਦੱਸੀ ਜਾ ਰਹੀ ਹੈ। ਚੀਨ ਨੇ ਵੀਰਵਾਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਿਆ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਚੀਨੀ ਓਲੰਪਿਕ ਕਮੇਟੀ ਨਾਲ ਟੋਕੀਓ ਅਤੇ ਬੀਜਿੰਗ ਦੋਹਾਂ ਵਿੱਚ ਆਉਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਵਾਸਤੇ ਡੋਜ਼ਸ ਲੈਣ ਸੰਬੰਧੀ ਸਾਂਝੇਦਾਰੀ ਕੀਤੀ ਹੈ। ਚੀਨ ਵੱਲੋਂ ਇਹਨਾਂ ਨੂੰ ਕੋਵਿਡ-19 ਵੈਕਸੀਨਸ ਦਿੱਤੀਆਂ ਜਾਣਗੀਆਂ ਤੇ ਵਾਧੂ ਡੋਜ਼ਸ ਸਪਲਾਈ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।